नगर कौंसल मुर्दाबाद, नगर कौंसल मुर्दाबाद, नगर कौंसल मुर्दाबाद। ਜਦੋਂ ਮੀਂਹ ਪੈ ਜਾਂਦਾ ਜੀ ਉਦੋਂ 8-8 ਦਿਨ ਦੁਕਾਨਾਂ ਨੂੰ ਸ਼ਟਰ ਲੋਕ ਲਾ ਕੇ ਰੱਖਣਾ ਪੈਂਦਾ ਜਦੋਂ ਕੋਈ ਹੱਲ ਹੀ ਨਹੀਂ ਹੈਗਾ। ਪਾਣੀ ਇੱਥੇ ਲੱਗ ਤੇ ਆ ਜਾਂਦਾਗਾ। ਹੁਣ ਦੇਖੋ ਕਿ ਕੋਈ ਮੀਂਹ ਨਹੀਂ, ਕੁਝ ਹੋਰ ਨਹੀਂਗਾ। ਆਪਾਂ ਸੀਵਰੇਜ ਦਾ ਪਾਣੀ ਇੰਨਾ ਚੜਿਆ ਪਿਆ ਗਾ, ਆਉਂਦੇ ਆ ਫੋਟੋਆਂ ਖਿੱਚ ਕੇ ਲੈ ਜਾਂਦੇ, ਸੁਖਨਾ ਲੈ ਕੇ ਫੋਟੋਆਂ ਖਿੱਚ ਕੇ ਲੈ ਜਾਂਦੇ ਨੇ। ਉਹ देखो कोई लीडर नहीं आया जी इत्थे, ना कोई लीडर आया ना कोई MC, कोई भी नहीं आया जी। इसका कोई बाली वारस ही नहीं है जी, आऊगा कौन? ना साडी कोई सार लैंदा है। बहुत समय तो असीं तंग हाँ जी। इस तो बाद तो साडे लवे होर कोई तां नहीं है, इस तो भुख हड़ताल ते बैठांगे फिर। ਦੋਸਤੋ ਬੁਢਲਾਡਾ ਦੇ PNB ਰੋਡ ਤੇ ਮੈਂ ਖੜਾ ਇਸ ਵਕਤ। ਇੱਥੇ ਇੱਕ ਝੀਲ ਦਾ ਰੂਪ ਧਾਰਿਆ ਹੋਇਆ ਹੈ ਸੀਵਰੇਜ ਦੇ ਪਾਣੀ ਨੇ। ਇੱਥੋਂ ਦੀ ਇਹ ਸਮੱਸਿਆ ਕੋਈ ਨਵੀਂ ਨਹੀਂ ਹੈਗੀ, ਪਹਿਲਾਂ ਵੀ ਕਈ ਵਾਰੀ ਇਹ ਸਮੱਸਿਆ ਆਈ ਹੈ ਔਰ ਪਾਣੀ ਹਾਲਾਂਕਿ ਸ਼ਿਕਾਇਤ ਤੋਂ ਬਾਅਦ ਕਈ ਵਾਰ ਨਿਕਲ ਵੀ ਗਿਆ, ਉਸ ਤੋਂ ਬਾਅਦ ਫਿਰ ਹੁਣ ਦੁਬਾਰਾ ਫਿਰ ਇੱਥੇ ਸਮੱਸਿਆ ਆਈ ਹੈ। ਤੇ ਇੱਥੇ ਮੈਂ ਦੇਖ ਰਿਹਾ ਕਿ ਮੇਰੇ ਪਿੱਛੇ ਇੱਥੋਂ ਦੇ ਜਿਹੜੇ ਦੁਕਾਨਦਾਰ ਨੇ ਇਹ ਇੱਕ ਬੈਨਰ ਲੈ ਕੇ ਖੜੇ ਨੇ। ਬੈਨਰ ਉੱਤੇ ਲਿਖਿਆ ਕਿ ਸਾਡੀਆਂ ਦੁਕਾਨਾਂ ਅੱਗੇ ਬਣੇ ਸੀਵਰੇਜ ਦੇ ਨਰਕ ਨੂੰ ਦੇਖਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਦੇ ਲੀਡਰਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਂਦਾ। ਜੇ ਕੋਈ ਵੀ ਲੀਡਰ ਸਾਡੀਆਂ ਦੁਕਾਨਾਂ ਤੇ ਵੋਟਾਂ ਮੰਗਣ ਆਉਂਦਾ ਹੈ ਤਾਂ ਆਪਣੀ ਇੱਜ਼ਤ ਬੇਇੱਜ਼ਤੀ ਦਾ ਉਹ ਖੁਦ ਜ਼ਿੰਮੇਦਾਰ ਹੋਵੇਗਾ। ਤਾਂ ਕੀ ਮਜਬੂਰੀ ਹੋਈ ਇਹਨਾਂ ਦੀ, ਕੀ ਇਹਨਾਂ ਦੀ ਮਜਬੂਰੀ ਸੀ ਜਿਸ ਨੂੰ ਲੈ ਕੇ ਇਹਨਾਂ ਨੂੰ ਇਹ ਸਾਰਾ ਕੁਝ ਕਰਨਾ ਪਿਆ? ਆਪਾਂ ਦੁਕਾਨਦਾਰਾਂ ਨਾਲ ਗੱਲਾਂ ਕਰਾਂਗੇ, ਪੁੱਛਾਂਗੇ ਕਿ ਕੀ ਸਮੱਸਿਆ ਕਿਉਂ ਆ ਰਹੀ ਹੈ, ਕਦੋਂ ਤੋਂ ਆ ਰਹੀ ਹੈ। ਹਾਂਜੀ, ਕੀ ਨਾਮ ਤੁਹਾਡਾ ਜੀ? ਪ੍ਰਿੰਸ ਜੀ। ਅੱਛਾ ਪ੍ਰਿੰਸ ਜੀ, ਇਹ ਪਹਿਲਾਂ ਵੀ ਕਾਫੀ ਦੇਰ ਦੀ ਮੈਂ ਸਮੱਸਿਆ ਤੁਹਾਡੇ ਇਸ ਏਰੀਏ ਦੀ ਦੇਖ ਰਿਹਾ, ਤਾਂ ਕੀ ਲੱਗਦਾ ਤੁਹਾਨੂੰ ਕਿਉਂ ਆ ਰਹੀ ਹੈ ਸਮੱਸਿਆ ਵਾਰ-ਵਾਰ? ਸਮੱਸਿਆ ਜੀ ਇਹ ਸਾਡਾ ਜਿਹੜਾ ਮੇਨ ਏਰੀਆ ਆਪਣਾ ਬੁਢਲਾਡੇ ਦਾ, ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਅਸੀਂ ਹਰੇਕ ਲੀਡਰ ਨੂੰ ਮਿਲੇ ਹਾਂ, ਸਾਡੇ MC ਸਾਹਿਬ ਨੂੰ ਵੀ ਮਿਲੇ ਹਾਂ। ਜਦੋਂ ਵੀ ਮਿਲਦੇ ਆ ਉਹ ਕਹਿ ਦਿੰਦੇ ਆ ਅਸੀਂ ਹੱਲ ਕਰ ਰਹੇ ਹਾਂ। ਕਦੇ ਪੈਪ ਟੁੱਟ ਗਈ, ਕਦੇ ਪਤਨਾਲਾ ਟੁੱਟ ਗਿਆ, ਵੀ ਇਹ ਕਿਉਂ ਟੁੱਟਦਾ ਵਾਰ-ਵਾਰ। ਇੱਥੇ ਤੁਸੀਂ ਦੇਖ ਲਿਓ, ਹੁਣ 15 ਦਿਨ ਹੋ ਗਏ ਸਾਨੂੰ ਦੁਖੀ ਹੁੰਦਿਆਂ ਨੂੰ। ਇਹਦੇ ਵਿੱਚੋਂ ਸਮੈਲ ਇੰਨੀ ਗੰਦੀ ਆ ਰਹੀ ਹੈ ਵੀ ਰਹਿਣਾ, ਇੱਥੇ ਖੜਨਾ ਵੀ ਔਖਾ ਹੋ ਰਿਹਾ ਸਾਨੂੰ। ਬਾਕੀ ਸ਼ਹਿਰ ਸਾਰਾ ਉੱਚਾ ਹੋ ਗਿਆ, 3-3 ਫੁੱਟ ਉੱਚਾ ਚੱਕਦਾ। ਇਹ ਏਰੀਆ ਸਭ ਤੋਂ ਨੀਵਾਂ, ਸਭ ਤੋਂ ਵੱਧ ਪਾਣੀ ਇੱਥੇ ਖੜਦਾ ਬਿਨਾਂ ਬਾਰਿਸ਼ ਕੇ ਬਰਸਾਤ। ਤੁਸੀਂ ਹੁਣ ਦੇਖੋ ਵੀ ਸਾਨੂੰ ਅੱਜ ਮਜਬੂਰ ਹੋ ਕੇ ਇੰਨਾ ਕੰਮ ਕਰਨਾ ਪੈ ਰਿਹਾ, ਪਰ ਹਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ। ਅੱਛਾ, ਜਦੋਂ ਤੁਸੀਂ ਕੱਲ੍ਹ ਤੋਂ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਤੁਹਾਡੀ ਇਹ ਪੋਸਟ ਵਾਇਰਲ ਹੋ ਰਹੀ ਹੈ ਕਿ ਤੁਸੀਂ ਲੀਡਰਾਂ ਦਾ ਬਾਈਕਾਟ ਕਰ ਰਹੇ ਹੋ, ਚੋਣਾਂ ਦਾ ਬਾਈਕਾਟ ਕਰ ਰਹੇ ਹੋ, ਹੁਣ ਤੱਕ ਕਿਸੇ ਨੇ ਪਹੁੰਚ ਕੀਤੀ ਤੁਹਾਡੇ ਤੱਕ? ਨਹੀਂ ਜੀ, ਹਜੇ ਤੱਕ ਤਾਂ ਕੋਈ ਨਹੀਂ ਆਇਆ। ਦੇਖੋ ਮੇਨ ਏਰੀਆ, ਅਸੀਂ ਆਉਂਦੇ ਨੇ ਇੱਥੋਂ ਗੱਡੀ 'ਚ ਟੱਪ ਜਾਂਦੇ ਨੇ। ਉਹਨਾਂ ਨੂੰ ਦੇਖਣਾ ਚਾਹੀਦਾ ਵੀ ਇਹ ਇੱਥੇ ਦੇ ਜਿਹੜੇ ਲੋਕ ਨੇ ਵੀ ਉਹ ਵੀ ਪਰੇਸ਼ਾਨ ਨੇ, ਉਹਨਾਂ ਦਾ ਹੱਲ ਕੀਤਾ ਜਾਵੇ, ਪਰ ਸਾਡੇ ਵੱਲ ਕੋਈ ਗੌਰ ਨਹੀਂ। ਕੁਝ ਹੋਰ ਵੀ ਲੋਕ ਮੇਰੇ ਨਾਲ ਮੌਜੂਦ ਨੇ। ਹਾਂਜੀ, ਕੀ ਨਾਮ ਤੁਹਾਡਾ ਜੀ? अवतार सिंह जी। ਅਵਤਾਰ ਸਿੰਘ ਜੀ, ਕੀ ਲੱਗਦਾ ਜਿਹੜੀ ਇਹ ਸਮੱਸਿਆ ਤੁਹਾਡੀ ਇਹ ਕਾਫੀ ਚਿਰ ਤੋਂ ਲਟਕ ਰਹੀ ਹੈ, ਇਹਦਾ ਕੀ ਕਾਰਨ ਹੈ? ਸਰ ਜੀ ਇਹਦਾ ਕਾਰਨ ਤਾਂ ਦੇਖੋ ਸਾਨੂੰ ਤਾਂ ਕੀ ਪਤਾ, ਬਾਕੀ ਇਹਨਾਂ ਨੂੰ ਜ਼ਰੂਰ ਪਤਾ ਨਗਰ ਕੌਂਸਲ ਨੂੰ, ਕਿਉਂਕਿ ਰੋਜ਼ ਵਾਂਗੂ ਜੀ ਪਾਣੀ ਥੋੜ੍ਹਾ ਬਹੁਤਾ ਨਿਕਲਦਾ ਹੈ, ਪਰ ਅੱਜ 15 ਦਿਨ ਹੋ ਗਏ ਬਹੁਤ ਜ਼ਿਆਦਾ ਨਿਕਲ ਰਿਹਾ। ਇਸ ਕਰਕੇ ਇਹ ਕੀ ਕਰਦੇ ਨੇ, ਇੱਥੋਂ ਇੱਕ ਟਰਾਲੀ ਜੀ ਆਉਂਦੀ ਆ, ਉਹ ਇੱਕ ਭਰ ਕੇ ਲੈ ਜਾਂਦੇ ਨੇ, ਉਦੋਂ ਬਾਅਦ ਪਤਾ ਨਹੀਂ ਕਿੱਥੇ ਛੱਡ ਕੇ ਆਉਂਦੇ ਨੇ, ਪਤਾ ਨਹੀਂ ਉਰੇ ਛੱਡ ਕੇ ਜਾਂਦੇ ਨੇ, ਪਤਾ ਨਹੀਂ ਲੈ ਕੇ ਜਾਂਦੇ ਨੇ, ਇਹ ਸਾਨੂੰ ਨਹੀਂ ਪਤਾ। ਪਰ ਇੱਕ ਲੈ ਜਾਂਦੇ ਨੇ, ਉਦੋਂ ਬਾਅਦ ਕੋਈ ਆਉਂਦਾ ਨਹੀਂ, ਨਾ ਸਾਡੀ ਕੋਈ ਸਾਰ ਲੈਂਦਾ ਹੈ। ਬਹੁਤ ਸਮੇਂ ਤੋਂ ਅਸੀਂ ਤੰਗ ਹਾਂ ਜੀ। ਇਸ ਤੋਂ ਬਾਅਦ ਤਾਂ ਸਾਡੇ ਲਵੇ ਹੋਰ ਕੋਈ ਤਾਂ ਉਹ ਨਹੀਂ ਹੈਗਾ, ਇਸ ਤਾਂ ਭੁੱਖ ਹੜਤਾਲ ਤੇ ਬੈਠਾਂਗੇ ਫਿਰ, ਕਿਉਂਕਿ ਸਾਡੀਆਂ ਦੁਕਾਨਾਂ ਦਾ ਜਿਹੜਾ ਕਿਰਾਇਆ ਉਹ ਹੈਗਾ ਜ਼ਿਆਦਾ ਜੀ। ਅਸੀਂ ਇੱਥੋਂ 150 ਰੁਪਇਆ ਲੈ ਕੇ ਜਾਂਦੇ ਹਾਂ, ਇਸ ਕਰਕੇ ਅਸੀਂ ਬਹੁਤ ਦੁਖੀ ਹਾਂ ਜੀ ਇੱਥੋਂ। ਅੱਛਾ, ਤੇ ਇਹ ਸਮੱਸਿਆ ਨੂੰ ਲੈ ਕੇ ਹੁਣ ਤੱਕ ਤੁਸੀਂ ਕਿਹੜੇ ਅਫਸਰ ਤੱਕ ਜਾਂ ਕਿਹੜੇ ਕਿਸੇ ਲੀਡਰ ਤੱਕ ਪਹੁੰਚ ਕੀਤੀ ਹੈ? ਦੇਖੋ ਕੋਈ ਲੀਡਰ ਨਹੀਂ ਆਇਆ ਜੀ ਇੱਥੇ, ਨਾ ਕੋਈ ਲੀਡਰ ਆਇਆ ਨਾ ਕੋਈ MC, ਕੋਈ ਵੀ ਨਹੀਂ ਆਇਆ ਜੀ। ਇਸ ਦਾ ਕੋਈ ਬਾਲੀ ਵਾਰਸ ਹੀ ਨਹੀਂ ਹੈਗਾ ਜੀ, ਆਊਗਾ ਕੌਣ? ਅੱਛਾ, ਹੁਣ ਤੁਸੀਂ ਜਿਹੜੀ ਇਹ ਸਮੱਸਿਆ ਦਾ ਇੱਕ ਸਮਾਧਾਨ ਤੁਸੀਂ ਕੱਢਿਆ ਕਿ ਵੋਟਾਂ ਦਾ ਬਾਈਕਾਟ ਕਰਤਾ, ਕੀ ਲੱਗਦਾ ਕਿ ਹੁਣ ਹੱਲ ਹੋ ਜੂ? ਦੇਖੋ ਆਸ ਹੁੰਦੀ ਆ, ਕੋਸ਼ਿਸ਼ ਤੋਂ ਸ਼ੁਰੂ ਹੁੰਦੀ ਆ ਆਸ, ਪਰ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਜੇ ਹੋ ਗਿਆ ਤਾਂ ਠੀਕ ਹੈ, ਨਹੀਂ ਫਿਰ ਅਸੀਂ ਇੱਥੇ ਕੋਈ ਨਾ ਕੋਈ ਭੁੱਖ ਹੜਤਾਲ ਵਾਲਾ ਕੰਮ ਕਰ ਦਾਂਗੇ, ਕਿਉਂਕਿ ਸਾਡੀਆਂ ਦੁਕਾਨਾਂ 'ਤੇ ਫਿਰ ਅਸੀਂ ਮਰਨਾ ਤਾਂ ਦੁਕਾਨਾਂ ਵਾਲੇ ਉਹ ਵੀ ਹੈ ਫਿਰ ਕੁਛ ਤਾਂ ਅਸੀਂ ਕਰਾਂਗੇ ਜੀ। ਅੱਛਾ, ਇਸ ਏਰੀਏ ਦੇ MC ਦਾ ਜਾਂ ਪ੍ਰਧਾਨ ਦਾ ਕਹਿਣਾ ਸੀ ਕਿ ਕੁਝ ਮਿਲਣ ਦੀ ਕੋਸ਼ਿਸ਼ ਕੀਤੀ? ਨਹੀਂ ਜੀ, ਸਾਡੇ ਲਵੇ ਕੋਈ ਨਹੀਂ ਆਇਆ ਜੀ, ਨਾ ਸਾਡੇ ਲਵੇ ਕੋਈ ਆਇਆ। ਜਦੋਂ ਆਉਣੇ ਆ ਰੋੜੇ ਸਿੱਟ ਗਏ, ਉਰੇ ਮਿੱਟੀ ਸਿੱਟ ਗਏ ਜੀ, ਫੋਟੋਆਂ ਖਿੱਚ ਕੇ ਉਹਨਾਂ ਨੇ ਗਾਹਾਂ ਪਾਤੀਆਂ ਵੀ ਬਸ ਵਿਕਾਸ ਹੋ ਗਿਆ। ਵਿਕਾਸ ਹੋ ਗਿਆ ਦੇ ਪਿੱਛੇ ਕਾਫੀ ਤਹਿ ਤੱਕ ਜਾਣ ਦੀ ਲੋੜ ਹੈ। ਵਿਕਾਸ ਆਖਿਰ ਰੁਕ ਕਿੱਥੇ ਗਿਆ, ਹੋਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਇਹ ਜੀ 15-20 ਸਾਲਾਂ ਤੋਂ ਲੈ ਕੇ ਸਿਆਸੀ ਲੀਡਰਾਂ ਦੀ ਵਜ੍ਹਾ ਕਰਕੇ ਪਹਿਲੀ ਗੱਲ ਸੜਕ ਨੀਵੀਂ ਹੈ ਸਾਰੀ ਮੰਡੀ 'ਚੋਂ। ਦੂਜੀ ਗੱਲ ਇੱਥੇ ਮੇਰਾ ਖਿਆਲ 10-20 ਦਿਨ ਹੀ ਸੁੱਕਾ ਰਹਿੰਦਾ ਹੈਗਾ, ਨਹੀਂ ਗਿੱਲੇ ਇਹੀ ਹਾਲ ਰਹਿੰਦਾ ਹੈਗਾ। ਸਾਰੇ ਲੋਕ ਦੁਕਾਨਦਾਰ ਇੰਨੇ ਕੁ ਦੁਖੀ ਹੈ ਵੀ ਰਹੇ ਰੱਬ ਦਾ ਨਾਂ। ਜਿਹੜਾ ਗਾਹਕ ਇੱਕ ਵਾਰੀ ਟਲ ਗਿਆ ਉਹ ਮੁੜ ਕੇ ਆਉਂਦਾ ਨਹੀਂ, ਕਿਤੇ ਹੋਰ ਲੱਗ ਜਾਂਦਾ ਹੈ। ਕਿਰਾਏ ਮੁਫਤ ਦੇ ਲੋਕ ਭਰੀ ਜਾਂਦੇ ਨੇ, ਬਿਮਾਰੀ ਦਾ ਸੱਦਾ ਮੁਫਤ ਹੈ।
ਬਿਮਾਰੀ ਦਾ ਇਲਾਜ ਕੌਣ ਕਰਾਊਗਾ ਜੇ ਕੋਈ ਬਿਮਾਰ ਹੋ ਗਿਆ ਜੀ ਉਰੇ ਪੋਜੀਸ਼ਨ ਇੰਨੀ ਭੈੜੀ ਹਾਲਤ ਹੋ ਰਹੀ ਹੈ। ਕਰੋਨਾ ਕਰਕੇ ਕਿੰਨੇ ਹਾਲਾਤ ਮਾੜੇ ਹੈਗੇ, ਇਹਦਾ ਕੌਣ ਜ਼ਿੰਮੇਵਾਰ ਹੈ ਜੀ? ਕਿ ਡੀ ਸਾਹਿਬ ਨੂੰ ਨਹੀਂ ਦਿੰਦਾ, ਕਿ ਆਪਣੇ ਹੋਰ ਇੱਥੇ ਮੰਤਰੀ ਲੋਕ ਰਹਿੰਦੇ ਨਹੀਂਗੇ, ਕਿ ਮੌਜੂਦਾ ਲੀਡਰ ਨਹੀਂ ਰਹਿੰਦੇ, ਉਹਨਾਂ ਨੂੰ ਪਤਾ ਨਹੀਂ ਨਾ ਗੱਲਾਂ ਦਾ। ਸਾਰੀ ਮੰਡੀ ਨੂੰ ਨੀਵੀਂ ਜਗ੍ਹਾ ਇਹ ਕਿੰਨਾ ਲੀਡਰਾਂ ਕਰਕੇ ਵਜ੍ਹਾ ਨਾਲ ਨੀਵੀਂ ਹੋਈ ਜਗ੍ਹਾ ਜੀ ਇਹਨੂੰ ਕਿਉਂ ਨਹੀਂ ਪੂਰਨ ਕੀਤਾ ਇਹਨਾਂ ਤੌਰ ਤੇ ਮੁਕੰਮਲ ਕਰਾਇਆ ਜਾਂਦਾ? ਹੁਣ ਪਿੱਛੇ ਜਵਾਈ ਅੱਡੇ ਲਾ ਕੇ ਅਸੀਂ ਐਂ ਕਰਾਂਗੇ, ਭੰਨ ਤੋੜ ਕਰਾਂਗੇ ਜੀ, ਫਿਰ ਕੁਝ ਨਹੀਂ ਕਰਕੇ ਗਏ। ਆਹੀ ਹਾਲ ਹੈ। ਅੱਛਾ, ਤੁਹਾਨੂੰ ਹੁਣ ਕੀ ਲੱਗਦਾ ਜੋ ਤੁਸੀਂ ਇਹ ਜੋ ਮਰਦੀ ਨੇ ਅੱਕ ਚੱਬੇ ਵਾਲੀ ਗੱਲ ਤੁਹਾਡੇ ਵੱਲੋਂ ਹੋਈ ਹੈ ਕਿ ਤੁਸੀਂ ਬਾਈਕਾਟ ਕਰ ਰਹੇ ਹੋ, ਕੀ ਲੱਗਦਾ ਕੁਝ ਅਸਰ ਹੋਊਗਾ? ਅਸਰ ਤਾਂ ਇਹਨਾਂ ਤੇ ਕੀ ਹੋਣਾ ਜੀ? ਸਾਡਾ ਤਾਂ ਜ਼ੋਰ ਹੈ, ਕੋਸ਼ਿਸ਼ ਹੈ ਸਾਡੀ, ਸ਼ਾਇਦ ਕੋਈ ਕੀ ਹੋ ਜੇ ਅਸਰ। ਪੈਸੇ ਵੀ ਆਉਂਦੇ ਆ, ਪਤਾ ਨਹੀਂ ਕਿੱਥੇ ਲੱਗ ਜਾਂਦੇ, ਇੱਥੇ ਤੱਕ ਤੇ ਪੰਜੀ ਨਹੀਂ ਲੱਗੀ। ਆਹ ਸੜਕ ਪੱਟ ਲਓ, ਇੱਥੇ 20 ਵਾਰੀ ਉੱਤੇ ਪਾ ਕੇ ਰਬੜੀ ਜੀ ਤੁਰ ਜਾਂਦੇ ਨੇਗੇ, ਸਾਲ 'ਚ ਕਿੱਦੇ ਵਾਰੀ ਉਹ ਫੋਟੋਆਂ ਖਿੱਚ ਕੇ ਨੇ ਉਹੀ ਕਹਿੰਦੇ ਬਣ ਗਈ ਜੀ। ਆ ਹੁਣ ਤੁਸੀਂ ਦੇਖਦੇ ਹੋ ਲੋਕ ਕਿੰਨੇ ਔਖੇ ਆ, ਧੀਆਂ ਭੈਣਾਂ ਕਿੰਨੀਆਂ ਔਖੀਆਂ ਹੈ। ਕਿਹੜਾ ਗਾਹਕ ਆਊਗਾ ਉਰੇ ਜੀ ਦੁਕਾਨਦਾਰ ਦੇ? ਕਈ ਦੁਕਾਨਦਾਰ ਤਾਂ 12 ਵਜੇ ਬੰਦ ਕਰਕੇ ਤੁਰ ਜਾਂਦੇ ਆ। ਹਾਲਾ ਕਹਿੰਦਾ ਕੀ ਕੱਢਾਂ, ਕਿਹੜਾ ਇੱਥੇ ਕੀ ਨਹੀਂ ਆਉਣਾ ਹੈਗਾ। ਜਦੋਂ ਮੀਂਹ ਪੈ ਜਾਂਦਾ ਜਦੋਂ ਮੀਂਹ ਪੈ ਜਾਂਦਾ ਐਡੇ ਗੋਡੇ ਗੋਡੇ ਪਾਣੀ ਹੁੰਦਾ ਜੀ, ਲੈ ਮੋਟਰਸਾਈਕਲ ਨੂੰ ਟੱਪਣਾ ਤਾਂ ਬਿਲਕੁਲ ਹੀ ਮੁਸ਼ਕਿਲ ਹੋ ਜਾਂਦਾ ਜਦੋਂ ਮੀਂਹ ਪੈਂਦਾ ਉਰੇ। ਆਹ ਲੋਕਾਂ ਤੁਸੀਂ ਕੁਝ ਕਹਿਣਾ? ਜਦੋਂ ਮੀਂਹ ਪੈ ਜਾਂਦਾ ਜੀ ਉਦੋਂ 8-8 ਦਿਨ ਦੁਕਾਨਾਂ ਨੂੰ ਸ਼ਟਰ ਲੋਕ ਲਾ ਕੇ ਰੱਖਣਾ ਪੈਂਦਾ, ਜਦੋਂ ਕੋਈ ਹੱਲ ਹੀ ਨਹੀਂ ਹੈਗਾ। ਪਾਣੀ ਇੱਥੇ ਲੱਗ ਤੇ ਆ ਜਾਂਦਾਗਾ। ਹੁਣ ਦੇਖੋ ਕਿ ਕੋਈ ਮੀਂਹ ਨਹੀਂ, ਕੁਝ ਹੋਰ ਨਹੀਂਗਾ, ਆਪਾਂ ਸੀਵਰੇਜ ਦਾ ਪਾਣੀ ਇੰਨਾ ਚੜਿਆ ਪਿਆ ਗਾ, ਆਉਂਦੇ ਆ ਫੋਟੋਆਂ ਖਿੱਚ ਕੇ ਲੈ ਜਾਂਦੇ, ਸੁਖਨਾ ਲੈ ਕੇ ਫੋਟੋਆਂ ਖਿੱਚ ਕੇ ਲੈ ਜਾਂਦੇ ਨੇ ਉਹ ਉਰੇ। ਉਹੀ ਗੱਲ, ਪਹਿਲਾਂ ਇੰਨੇ ਐਕਸੀਡੈਂਟ ਹੁੰਦੇ ਸੀ, ਇੰਨੇ ਖੱਡੇ ਸੀਗਾ, ਉਹਦੇ ਮਿੱਟੀ ਵਿੱਚ ਪਾ ਕੇ ਤੇ ਉਹਦੇ ਫੋਟੋਆਂ ਖਿੱਚ ਕੇ ਲੈ ਕੇ ਕਿ ਵੀ ਅਸੀਂ ਖੱਡੇ ਭਰਤੇ, ਖੱਡੇ ਮਿੱਟੀ ਨਾਲ ਭਰੇ ਜਾਣਗੇ ਕਿ ਸੜਕਾਂ ਨੇਗੀਆਂ ਇਹ ਲੁੱਕ ਰੋੜੀ ਨਾਲ ਸਾਰਿਆਂ ਨਾਲ ਭਰੇ ਸਾਫ਼ ਬਣੂਗਾ ਤੇ ਉੱਚਾ ਬਣੂਗਾ, ਫੇਰ ਹੀ ਇੱਥੇ ਪਾਣੀ ਦਾ ਨਿਕਾਸ ਹੋਣ ਲੱਗੂਗਾ। ਸੀਵਰੇਜ ਦਾ ਕੋਈ ਨਿਕਾਸ ਸਹੀ ਤਾਂ ਹੈ ਨਹੀਂਗਾ ਕਿ ਵੀ ਉੱਥੇ ਆਹ ਦੇਖ ਲਓ ਯਾਰ ਦੁਕਾਨਾਂ ਤੇ ਛੋਟੀਆਂ ਦੁਕਾਨਾਂ ਨੇ 80 ਹਜ਼ਾਰ ਰੁਪਏ ਕਿਰਾਇਆ ਭਰਦੇ ਆ। ਇਹ ਕਿਰਾਇਆ ਵੀ ਕਿਸੇ ਤਰੀਕੇ ਕਿਸੇ ਥਾਂ ਤੋਂ ਕੱਢਣਾ ਹੀ ਪਊਗਾ ਨਾ ਜੀ। ਕੋਈ ਆਉਂਦਾ ਗਾਹਕ ਉਰੇ, ਗਾਹਕ ਮੋਟਰਸਾਈਕਲ ਵਾਲਾ ਖੜ ਹੀ ਨਹੀਂ ਸਕਦਾ ਜੀ। ਤੁਸੀਂ ਵੀ ਆਏ ਹੋ, ਖੁਦ ਆਪ ਔਖੇ ਹੋ ਕੇ ਖੜੇ ਹੋ, ਤੁਹਾਡੇ ਸਾਰੇ ਕੱਪੜੇ ਲਿਬੜੇ ਗਿੱਲੇ ਹੋਏ ਪਏ ਨੇਗੇ। ਕੋਈ ਖੜੇ ਤਾਂ ਹੀ ਆ ਨਾ, ਕੋਈ ਬਜ਼ੁਰਗ, ਕੋਈ ਮਾਤਾ, ਕੋਈ ਹੋਰ ਪਰਿਵਾਰ ਫੈਮਿਲੀ ਮੈਂਬਰ ਕੋਈ ਵੀ ਆਉਂਦਾ ਕਰਦਾ ਉਰੇ ਖੜ ਹੀ ਨਹੀਂ ਸਕਦਾ ਉਰੇ ਮੋਟਰਸਾਈਕਲ ਤੇ। ਗੱਡੀ ਵਾਲਾ ਕੋਈ ਖੜਦਾ ਉਹ ਰਾਮਲੀਲਾ ਗਰਾਊਂਡ ਕੋਲੇ ਚਲਾ ਜਾਂਦਾ। ਅਸੀਂ ਤਾਂ ਪਹਿਲਾਂ ਹੀ ਮਾਰੇ ਪਏ ਆਂਗੇ, ਹੁਣ ਜਮੀ ਮਾਰੇ ਜਾਵਾਂਗੇ। ਅਸੀਂ ਤਾਂ ਪਹਿਲਾਂ ਮੀਂਹ ਪੈ ਜਾਂਦਾ ਸੀਗਾ ਉਦੋਂ 8-8 ਦਿਨ ਪਾਣੀ ਖੜਾ ਰਹਿੰਦਾ ਸੀਗਾ, ਦੁਕਾਨਾਂ ਬੰਦ ਕਰਕੇ ਤਾਂ ਘਰੇ ਬੈਠੇ ਰਹਿੰਦੇ ਸੀ, ਕਿਉਂਕਿ ਗਾਹਕ ਹੀ ਨਹੀਂ ਕੋਈ ਆ ਸਕਦਾ ਸੀਗਾ। ਕਦੇ 10 ਕਦੇ 20 ਕਦੇ 100, ਕੋਈ ਗੱਲ ਥੋੜੀ ਹੈ। ਅਸੀਂ 80 ਹਜ਼ਾਰ ਰੁਪਏ ਕਿਰਾਇਆ ਭਰਦੇ ਆਂਗੇ ਦੁਕਾਨਾਂ ਦਾ। ਚਾਹ ਵਾਲਾ ਚਾਹ ਪਿਆਉਣ ਨਹੀਂ ਆਉਂਦਾ ਜੀ। ਚਾਹ ਵਾਲੇ ਨੂੰ ਸਾਹਮਣੇ ਦੁਕਾਨ ਤੇ ਚਾਹ ਬੋਲਦੇ ਕਿ ਉਹ ਗੰਦਾ ਪਾਣੀ ਖੜਾ ਭਾਈ ਅਸੀਂ ਨਹੀਂ ਆਉਂਦੇ, ਆਪਦਾ ਇੰਤਜ਼ਾਮ ਕਰੋ। ਗਾਹਕ ਸਾਡੇ ਕੋਲੇ ਕਿੱਥੋਂ ਆਊਗਾ ਜੀ? ਤੁਸੀਂ ਕੁਝ? ਜਿੱਥੇ ਅਸੀਂ ਬੈਠੇ ਇੱਥੇ ਆਪਦੇ ਜਵਾਕਾਂ ਨੂੰ ਬਿਠਾਉਣਾ, ਕਿ ਨੇ ਸਮੈਲ ਮਾਰਦੀਆਂ ਨੇ, ਬਿਮਾਰੀਆਂ ਲੱਗਦੀਆਂ ਨੇਗੀਆਂ। ਜਿੱਥੇ ਅਸੀਂ ਇਸ ਟਾਈਮ ਬੈਠੇ ਉੱਥੇ ਆਪਦੇ ਜਵਾਕਾਂ ਨੂੰ ਬਿਠਾਉਣਾ ਕਿ ਉਹਨਾਂ ਨੂੰ ਫਿਰ ਪਤਾ ਲੱਗੇ ਵੀ ਇੱਥੇ ਕੀ ਹਾਲ ਹੋ ਰਿਹਾ ਹੈਗਾ। ਇੱਥੇ ਗਾਹਕ ਵੀ ਝੇਡਾ ਕਰਦੇ ਨੇਗੇ, ਕੋਈ ਕੁਛ ਕਹਿੰਦਾ ਗਲਤੀ ਸਰਕਾਰਾਂ ਦੀ ਆ, ਕਮੇਟੀ ਵਾਲਿਆਂ ਦੀ ਆ, ਕੋਈ ਪ੍ਰਧਾਨ ਨੇ, ਕੋਈ ਐਮਸੀ ਨੇ, ਕੁਛ ਨਹੀਂਗਾ। ਕਹਿਣਗੇ ਆ ਕੇ ਵੀ ਆਹ ਪੱਛੀਆਂ ਛੱਡ ਲਓ, ਐਂ ਕਰ ਲਓ, ਉਹ ਕਰ ਲਓ। ਕਿਸੇ ਨੂੰ ਫੋਨ ਕਰਦੇ ਫੋਨ ਨਹੀਂ ਚੱਕਦੇ ਹੈਗੇ। ਸਾਡਾ ਇਹ ਰੋਡ ਬਣਨਾ ਚਾਹੀਦਾ, ਸਾਡੀ ਇਹੀ ਮੰਗ ਹੈ ਜੀ। ਹਾਂਜੀ, ਤੁਸੀਂ ਕੁਝ ਕਹਿਣਾ? ਇਦੋਂ ਬਾਅਦ ਜੀ ਤੁਸੀਂ ਚੋੜੀਗਲ 'ਚ ਵੀ ਚੱਕਰ ਮਾਰਿਆ, ਉਹਦਾ ਕਨੈਕਸ਼ਨ ਵੀ ਇਸੇ ਪਾਣੀ ਨਾਲ ਹੈ। ਉੱਧਰ ਹੀ ਪਾਣੀ ਘਰਾਂ ਤੋਂ ਬਾਹਰ ਆ ਰਿਹਾ ਤੇ ਲੋਕਾਂ ਨੂੰ ਲੰਘਣਾ ਬਹੁਤ ਔਖਾ ਹੋ ਰਿਹਾ। ਚੋੜੀਗਲ ਦਾ ਹਾਲ ਜਾ ਕੇ ਦੇਖੋ ਇੱਕ ਵਾਰੀ, ਮਸ਼ਹੂਰ ਗਲੀ ਹੈ, ਸਭ ਨਾਲ ਰਿਹਾਇਸ਼ੀ ਬਹੁਤ ਹਾਈ ਲੈਵਲ ਦਾ ਇਲਾਕਾ ਉਹ, ਪਰ ਉੱਥੇ ਵੀ ਇੰਨਾ ਬੁਰਾ ਹਾਲ ਹੈ ਕਿ ਲੋਕ ਦੁਖੀ ਨੇ। ਘਰਾਂ 'ਚੋਂ ਨਿਕਲਣਾ ਔਖਾ ਉਹਨਾਂ ਵਾਸਤੇ, ਗੰਦਗੀ 'ਚ ਰਹਿਣਾ, ਰਾਤ ਨੂੰ ਵੀ ਮੱਛਰ ਹੁੰਦੇ, ਜੋ ਵੀ ਹੁੰਦਾ। ਬਿਮਾਰੀਆਂ ਦਾ ਹੱਲ ਤਾਂ ਹੈ, ਕਰੋਨਾ ਦਾ ਹੱਲ ਕੀ ਹੋਊਗਾ? ਪਹਿਲਾਂ ਇਹਦਾ ਤਾਂ ਹੱਲ ਕਰ ਲਓ। ਬਸ, ਥੈਂਕ ਯੂ। ਤਾਂ ਦੋਸਤੋ, ਤੁਸੀਂ ਜਾਣੀਆਂ ਇਹਨਾਂ ਦੀਆਂ ਮੁਸ਼ਕਲਾਂ। ਇਹਨਾਂ ਨੇ ਆਪਣੇ ਜਿਹੜੇ ਦੁੱਖ ਸੀ ਉਹ ਬਿਆਨ ਕੀਤੇ ਕਿ ਕਿਸ ਤਰੀਕੇ ਨਾਲ ਇਹ ਨਰਕ ਦੇ ਵਿੱਚ ਇਹ ਰਹਿਣ ਦੇ ਲਈ ਮਜਬੂਰ ਨੇ। ਹਾਲਾਂਕਿ ਇਹ ਜਿਹੜੀ ਰੋਡ ਹੈ, ਇਸ ਤੇ ਸ਼ਹਿਰ ਦੇ ਜਿਹੜੇ ਮੇਨ ਬੈਂਕ ਨੇ, ਬੈਂਕ ਬਾਜ਼ਾਰ ਵੀ ਇਹਨੂੰ ਕਿਹਾ ਜਾ ਸਕਦਾ, ਸਾਰੇ ਇਸੇ ਰੋਡ 'ਤੇ ਪੈਂਦੇ ਨੇ। ਕਾਫੀ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਪੂਰੇ ਸ਼ਹਿਰੀਆਂ ਨੂੰ ਔਰ ਆਸ-ਪਾਸ ਦੇ ਏਰੀਏ ਨੂੰ ਇੱਥੋਂ ਆ ਰਹੀਆਂ ਨੇ। ਇਸ ਰੋਡ ਤੇ ਗਲੀ ਪੈਂਦੀ ਹੈ ਜੀ, ਜਿਹੜੀ ਕਿ ਬਾਬੂ ਮੇਘਰਾਜ ਵਾਲੀ ਗਲੀ ਵੱਜਦੀ ਹੈਗੀ। ਬਾਬੂ ਮੇਘਰਾਜ ਜਿਹੜੇ ਕਿ ਬੁਢਲਾਡੇ ਦੇ ਬਹੁਤ ਵੱਡੇ ਕਾਂਗਰਸੀ ਲੀਡਰ ਹੋਏ ਨੇ। ਇਹ ਗਲੀ ਦੇ ਲੋਕ ਵੀ ਇੱਥੇ ਬਿਲਕੁਲ, ਇਹਨਾਂ ਨੇ ਵੀ ਬਾਹਰ ਇਹਨਾਂ ਨੇ ਇਹੀ ਬੋਰਡ ਲਗਾਇਆ ਕਿ ਇਹ ਜਿਹੜਾ ਬਾਈਕਾਟ ਕਰ ਰਹੇ ਨੇ ਚੋਣਾਂ ਦਾ। ਤਾਂ ਮੇਰੇ ਨਾਲ ਨੇ ਇੱਕ ਵੀਰ। ਹਾਂਜੀ, ਕੀ ਨਾਮ ਤੁਹਾਡਾ? ਸ਼ੁਭਮ ਗੋਇਲ ਜੀ। ਅੱਛਾ ਸ਼ੁਭਮ ਜੀ, ਕੀ ਤੁਹਾਡੀ ਵੀ ਕੀ ਮਜਬੂਰੀ ਪੈ ਗਈ? ਹਾਲਾਂਕਿ ਤੁਹਾਡੀ ਆਪਣੀ ਗਲੀ ਤਾਂ ਸੁੱਕੀ ਹੈ। ਗਲੀ ਸੁੱਕੀ ਹੈ ਜੀ, ਲੇਕਿਨ ਰਸਤਾ ਸਾਨੂੰ ਮੇਨ ਇਹੀ ਪੈਂਦਾ ਹੈ, ਬਾਹਰੋਂ ਦੀ ਜਾਣਾ ਪੈਂਦਾ। ਹੁਣ ਤੁਸੀਂ ਇਹ ਲਗਾਓ, ਇੰਨਾ ਪਾਣੀ ਖੜਾ ਹੈ, ਸਾਨੂੰ ਜੇ ਜਾਣਾ ਹੈ ਅਸੀਂ ਬੈਕ ਸਾਈਡ ਤੋਂ, ਗਲੀ ਦੇ ਬੈਕ ਸਾਈਡ ਤੋਂ ਸਾਨੂੰ ਜਾਣਾ ਪੈਂਦਾ। ਸਾਡਾ ਰਸਤਾ ਹੀ ਬੰਦ ਹੋ ਚੁੱਕਿਆ ਹੈ। ਗਲੀ 'ਚੋਂ ਕੋਈ ਕਾਰ ਕੱਢਣੀ ਹੈ, ਬਾਈਕਸ, ਕਿਉਂਕਿ ਥੋੜਾ ਸੁੱਕਾ ਏਰੀਆ ਇਹੀ ਹੈ, ਬਾਈਕਾਂ ਇੱਥੇ ਖੜੀਆਂ ਹੁੰਦੀਆਂ, ਕੋਈ ਅਸੀਂ ਵਹੀਕਲ ਨਹੀਂ ਕੱਢ ਸਕਦੇ, ਇੱਥੋਂ ਨਿਕਲ ਨਹੀਂ ਸਕਦੇ। ਇੰਨੀ ਇੱਥੇ ਗੰਦਗੀ ਹੋਈ ਪਈ ਹੈ, ਸਮੈਲ ਹੋਈ ਪਈ ਹੈ। ਦੁਕਾਨਾਂ ਨੇ ਵਿਚਾਰੀਆਂ, ਦੁਕਾਨਦਾਰ ਨੇ, 15-15 ਦਿਨ ਦੁਕਾਨਦਾਰਾਂ ਕੋਲੇ ਕੋਈ ਗਾਹਕ ਨਹੀਂ ਆਊਗਾ ਤਾਂ ਇਹ ਕੰਮ ਕਿਵੇਂ ਚੱਲੂਗਾ? ਇਹ ਕੋਈ ਮੰਗ ਨਹੀਂ ਹੈਗੀ। ਜੇ ਆਪਾਂ ਕਹੀਏ ਵੀ ਇਹ ਕੋਈ ਲੋਕ ਮੰਗ ਰੱਖ ਰਹੇ ਨੇ, ਇਹ ਤਾਂ ਬੇਸਿਕ ਨੈਸੈਸਿਟੀ ਹੈ ਵੀ ਇੱਕ ਰਸਤਾ ਹੈ ਜਿਹੜਾ ਉਹ ਲੋਕਾਂ ਨੂੰ ਪ੍ਰੋਵਾਈਡ ਹੋਵੇ। ਇਹ ਕੋਈ ਹਾਲ ਥੋੜੀ ਹੈ ਜੀ, ਸੀਵਰੇਜ ਦਾ ਇਹ ਹਾਲ ਹੋਇਆ ਪਿਆ। ਇਹ ਹਾਲ ਕਦੋਂ ਤੋਂ ਇੱਥੇ? ਇਹ 1 ਸਾਲ ਤੋਂ ਹੈ ਜੀ। ਕਦੇ ਹੋ ਜਾਂਦਾ ਠੀਕ ਹੋ ਜਾਂਦਾ, ਕਦੇ 5-4 ਦਿਨ ਠੀਕ ਰਹਿੰਦਾ, ਫਿਰ ਉਸ ਤੋਂ ਬਾਅਦ ਓਵਰਫਲੋ ਹੋ ਜਾਂਦਾ 10-10 ਦਿਨ। ਇਹ ਫਿਰ ਇੱਦਾਂ ਹੀ
ਅੱਛਾ, ਇਸ ਏਰੀਆ ਦੇ ਐਮਸੀ ਜਾਂ ਹੋਰ ਲੀਡਰ ਕੀ ਕਹਿੰਦੇ ਨੇ? ਸਾਡੀ ਗੱਲ ਹੋਈ ਸੀ ਜੀ, ਪ੍ਰੇਮ ਗਰਗ ਐਮਸੀ ਹੈ ਸਾਡੇ, ਉਹਨਾਂ ਨਾਲ ਗੱਲ ਹੋਈ ਸੀ ਵੀ ਅਸੀਂ ਇਹਦੇ ਖਿਲਾਫ ਧਰਨਾ ਦੇਵਾਂਗੇ। ਉਹਨਾਂ ਦਾ ਜਵਾਬ ਸੀ ਵੀ ਮੈਂ ਤੁਹਾਡੇ ਨਾਲ ਧਰਨੇ 'ਚ ਬੈਠੂੰਗਾ। ਇਹ ਤਾਂ ਕੋਈ ਤਰੀਕਾ ਨਹੀਂ ਹੋਇਆ ਫਿਰ, ਇਹ ਕੋਈ ਉਹਨਾਂ ਦਾ ਜਵਾਬ ਥੋੜੀ ਹੈ। ਤੁਸੀਂ ਐਮਸੀ ਹੋ, ਤੁਹਾਨੂੰ ਲੋਕਾਂ ਨੇ ਬਣਾਇਆ ਹੈ, ਤਾਂ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਇਹ ਸਾਡਾ ਕੰਮ ਜਿਹੜਾ ਹੈਗਾ ਇਹ ਕਰਾਇਆ ਜਾਵੇ। ਇਹਨੂੰ ਬਲਕਿ ਅਸੀਂ ਕੰਮ ਨਹੀਂ ਕਹਿੰਦੇ, ਇਹ ਤਾਂ ਬੇਸਿਕ ਨੈਸੈਸਿਟੀ ਹੈ ਵੀ ਮਤਲਬ ਲੋਕਾਂ ਨੇ ਲੰਘਣਾ ਹੈ ਇੱਥੋਂ। ਪਹਿਲਾਂ ਕਿੰਨੇ ਹਾਦਸੇ ਹੋ ਗਏ, ਇੱਥੋਂ ਲੇਡੀਜ਼ ਜਾਂਦੀਆਂ ਸਕੂਟੀ ਤੇ, ਉਹ ਕਿੰਨੀਆਂ ਗਿਰ ਗਈਆਂ। ਹੋਰ ਸ਼ਹਿਰ ਸਾਰਾ ਇੰਨਾ ਉੱਚਾ ਕਰਤਾ ਜਿਹਦੇ ਕਰਕੇ ਇਹ ਏਰੀਆ ਨੀਵਾਂ ਹੋ ਗਿਆ, ਸਾਰਾ ਪਾਣੀ ਇੱਥੇ ਆਉਂਦਾ ਹੁਣ ਜੀ। ਹਾਂਜੀ ਪ੍ਰੇਮ ਜੀ, ਤੁਹਾਡੇ ਵਾਰਡ 'ਚ ਜਿਹੜੀ ਹੁਣ ਇਹ ਸੀਵਰੇਜ ਦੇ ਪਾਣੀ ਦੀ ਸਮੱਸਿਆ ਆ ਰਹੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਜਿਹੜੀ ਸੀਵਰੇਜ ਦੀ ਸਮੱਸਿਆ ਹੈ ਇਹ ਬਹੁਤ ਦੇਰ ਤੋਂ ਹੈ, ਅੱਜ ਦੀ ਨਹੀਂ ਹੈ। ਪਹਿਲਾਂ ਪੈਪਾਂ ਪੈ ਰਹੀਆਂ ਸੀ, ਉਦੋਂ ਸਮੱਸਿਆ ਆਈ। ਹੁਣ ਜਿਹੜੀ ਮੋਟਰ ਹੈ ਉਹ ਫਟ ਗਈ, ਉਸ ਕਰਕੇ ਕਮਰੇ 'ਚ ਪਾਣੀ ਭਰ ਗਿਆ ਤੇ ਇਸ ਕਰਕੇ ਆਪਣਾ ਪਾਣੀ ਰੁਕਿਆ ਹੋਇਆ ਹੈ। ਉਹ 2-4 ਦਿਨਾਂ 'ਚ ਠੀਕ ਹੋ ਜੂ। ਪਰ ਅਸੀਂ ਪਬਲਿਕ ਦੇ ਨਾਲ ਆ, ਸਾਨੂੰ ਦੁਕਾਨਦਾਰਾਂ ਦਾ ਇੰਨਾ ਉਹ ਹੁੰਦਾ ਹੈ ਕਿ ਉਹ ਕਿਰਾਇਆ ਭਰਦੇ ਨੇ, ਉਹਨਾਂ ਦੇ ਕੰਮ ਪਏ ਨੇ ਮਹੀਨਿਆਂ ਤੋਂ ਬੰਦ। ਇਹ ਸੀਵਰੇਜ ਬੋਰਡ ਜਿਹੜਾ DCDL ਕੰਪਨੀ ਹੈ ਇਹ ਦੱਸ ਨਹੀਂ ਰਹੀ ਵੀ ਕਦੋਂ ਠੀਕ ਹੋਣਾ ਹੈ। ਕਦੇ ਕਹਿੰਦੇ 2 ਦਿਨਾਂ ਨੂੰ ਹੋਣਾ, ਕਦੇ 4 ਦਿਨਾਂ ਨੂੰ ਹੋਣਾ, ਇਹ ਰਾਹ ਨਹੀਂ ਪਾ ਰਹੀ। ਅਸੀਂ JE ਨੂੰ ਗੱਲ ਕਰਦੇ ਹਾਂ, SDO ਨੂੰ ਗੱਲ ਕਰਦੇ ਹਾਂ, ਉਹ ਕਹਿੰਦੇ ਜੀ ਕੰਪਨੀ ਵਾਲੇ ਸਾਡੀ ਨਹੀਂ ਸੁਣਦੇ। ਅਸੀਂ ਬਹੁਤ ਇਹਨਾਂ ਨੂੰ ਕਹਿ ਲਿਆ ਵੀ ਇਹ ਸਿਸਟਮ ਹੈ ਜੋ ਠੀਕ ਕਰੋ, ਸੀਵਰੇਜ ਬੰਦ ਕਰੋ। ਜਿਹੜੀਆਂ ਡੈਰੀਆਂ ਨੇ, ਡੈਰੀਆਂ ਦੇ ਵਿੱਚ ਗੋਹਾ ਜਾਂਦਾ ਹੈ ਸੀਵਰੇਜ ਦੇ ਵਿੱਚ, ਉਹ ਇਹਨਾਂ ਨੂੰ ਕਿਹਾ ਵੀ ਡੈਰੀਆਂ ਤੁਸੀਂ ਬੰਦ ਕਰਵਾਓ ਕਹਿ ਕੇ। ਅਸੀਂ ਵੀ ਬਹੁਤ ਕੋਸ਼ਿਸ਼ ਕੀਤੀ ਹੈ ਇਹਦੀ, ਪਰ ਉਹ ਡੈਰੀਆਂ ਦਾ ਗੋਹਾ ਜਾਣ ਕਰਕੇ ਸੀਵਰੇਜ ਵੀ ਬੰਦ ਪਿਆ ਹੈ, ਬਲੌਕ ਪਿਆ ਹੈ। ਅਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਕਹਿ ਚੁੱਕੇ ਹਾਂ ਵੀ ਇਹਨਾਂ ਨੂੰ ਤੁਸੀਂ ਸੀਵਰੇਜ ਦਾ ਸਿਸਟਮ ਠੀਕ ਕਰੋ। ਇਹਨਾਂ ਦੇ ਕੋਈ ਅਸਰ ਨਹੀਂ ਹੋ ਰਿਹਾ। ਸਾਨੂੰ ਇਹਦੇ ਨਾਲ ਪਬਲਿਕ ਦੇ ਅਸੀਂ ਨਾਲ ਹਾਂ, ਜਿਹੜੇ ਲੱਖਾਂ ਰੁਪਏ ਕਿਰਾਇਆ ਭਰ ਕੇ ਕੰਮ ਠੱਪ ਪਏ ਨੇ ਮਹੀਨਿਆਂ ਤੋਂ, ਹੈ ਜੀ। ਇਸ ਤੋਂ ਬਾਅਦ ਅਸੀਂ ਪਬਲਿਕ ਦੇ ਨਾਲ ਸੰਘਰਸ਼ ਕਰਨ ਨੂੰ ਤਿਆਰ ਹਾਂ। ਜਦੋਂ ਪਬਲਿਕ ਕਹੂਗੀ ਅਸੀਂ ਮੂਹਰੇ ਲੱਗ ਕੇ ਇਹ ਸਰਕਾਰ ਦਾ ਪਿੱਠ ਥਿਆਪਾ ਕਰਾਂਗੇ। ਅੱਛਾ, ਜਿਹੜੀ ਇਹ GDCL ਕੰਪਨੀ ਤੁਸੀਂ ਗੱਲ ਕਰ ਰਹੇ ਹੋ, ਇਸ ਦੇ ਖਿਲਾਫ ਤੁਸੀਂ ਕੋਈ ਆਪਣੇ ਵੱਲੋਂ ਕੋਈ ਸ਼ਿਕਾਇਤ ਜਾਂ ਕੋਈ ਇਦਾਂ ਦਾ ਕੋਈ ਕੋਸ਼ਿਸ਼ ਨਹੀਂ ਕੀਤੀ? ਅਸੀਂ ਰੋਜ਼ ਕੰਪਲੇਂਟਾਂ ਲਿਖਾਉਂਦੇ ਜੀ, ਇਹਨਾਂ ਦਾ ਕੰਪਲੇਂਟ ਨੰਬਰ ਹੈ, ਰੋਜ਼ ਕੰਪਲੇਂਟਾਂ ਲਿਖਾਉਂਦੇ ਆ। ਇਹ ਕਰਦੇ ਆ ਜੀ, ਇਹ ਆ ਗਈ ਮਸ਼ੀਨ ਆ ਗਈ ਜੀ, ਇਹਨਾਂ ਨੂੰ ਕੋਈ ਰਾਹ ਨਹੀਂ ਦਿੰਦੇ। ਜਿਹੜੇ ਇਹਨਾਂ ਦੇ ਲੋਕਲ ਜਿਹੜੇ ਰੱਖੇ ਹੋਏ ਨੇ ਫੋਰਮੈਨ, ਉਹਨਾਂ ਦਾ ਕੋਈ ਕਹਿਣ ਦਾ ਉਹ ਨਹੀਂ ਹੈ। ਪ੍ਰਧਾਨ ਕਹਿ ਦੇ, EO ਕਹਿ ਦੇ, JE ਕਹਿ ਦੇ, SDO ਕਹਿ ਦੇ, ਕੋਈ ਅਸਰ ਨਹੀਂ ਹੈ। ਇਹਨਾਂ ਨੇ ਕੰਮ ਇੰਨਾ ਗੰਦਾ ਕੀਤਾ ਹੋਇਆ ਹੈ ਸ਼ਹਿਰ ਦਾ, ਤੇ ਸ਼ਹਿਰ ਨੂੰ ਬਿਮਾਰੀ ਮੁਕਤ ਕਰਨ ਦੀ ਬਜਾਏ ਬਿਮਾਰੀ ਇਹਨਾਂ ਨੂੰ ਫੈਲਣਗੀਆਂ ਬਿਮਾਰੀਆਂ ਸੀਵਰੇਜ ਦੇ ਪਾਣੀ ਨਾਲ। ਹੁਣ ਤੁਸੀਂ ਫਾਈਨਲੀ ਆਪਣੇ ਵਾਰਡ ਦੇ ਲੋਕਾਂ ਨੂੰ ਕੀ ਆਸ਼ਵਾਸਨ ਦਿਓਗੇ ਕਿ ਇਹ ਜਿਹੜੀ ਸਮੱਸਿਆ ਕਦੋਂ ਤੱਕ ਹੱਲ ਹੋ ਸਕਦੀ ਹੈ? ਮੇਰੀ ਗੱਲ ਹੋਈ ਸੀ ਅੱਜ ਹੀ ਸੀਵਰੇਜ ਬੋਰਡ ਵਾਲਿਆਂ ਨਾਲ, ਉਹ ਕਹਿੰਦੇ 2 ਤੋਂ 3 ਦਿਨ ਇਹਦੇ ਹੋਰ ਲੱਗਣਗੇ, ਇਹ ਜਿਹੜੀ ਮੋਟਰ ਹੈ ਉਹ ਠੀਕ ਹੋ ਜਾਏਗੀ, ਉਸ ਤੋਂ ਬਾਅਦ ਸਹੀ ਇਹਦਾ ਪਾਣੀ ਚੱਲ ਪਏਗਾ। ਫੋਰ ਦਾ ਟਾਈਮ ਕੋਈ ਇਸ ਦੇ ਲਈ ਕੋਈ ਨਹੀਂ ਕੁਝ ਹੱਲ ਕੀਤਾ ਜਾ ਸਕਦਾ? ਇੱਕ RG ਮੋਟਰ ਦਿੱਤੀ ਹੈ ਇਹਨਾਂ ਨੂੰ, ਜਿਹੜੀ ਉਹਦੇ ਵਿੱਚ ਸਿੱਟ ਕੇ ਉਹਨੂੰ ਪਾਣੀ ਚੱਕ ਰਹੇ ਨੇ ਉਹਦੇ ਨਾਲ। ਜੀ ਸ਼ੁਕਰੀਆ ਜੀ।